ਹਾਂਜੀ ਬੇਟਾ ਜੀ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ। ਅੱਜ ਅਸੀਂ ਆਪਣੀ ਇਸ ਵੀਡੀਓ ਵਿੱਚ ਆਪਾਂ ਬੇਟਾ ਤੁਹਾਡੇ ਨਾਲ ਡਿਸਕਸ ਕਰਾਂਗੇ ਵੀਕਲੀ ਟੈਸਟ ਦੂਜਾ ਜਮਾਤ 10ਵੀਂ ਲਈ ਵਿਗਿਆਨ ਵਿਸ਼ੇ ਦਾ। ਠੀਕ ਹੈ ਬੇਟਾ, ਉਮੀਦ ਹੈ ਬੇਟਾ ਤੁਸੀਂ ਪਹਿਲਾ ਜਿਹੜਾ ਵੀਕਲੀ ਟੈਸਟ ਆ ਜਿਹੜਾ ਉਹਦਾ ਸੋਲਿਊਸ਼ਨ ਦੇਖ ਲਿਆ ਹੋਵੇਗਾ। ਜੇ ਨਹੀਂ ਦੇਖਿਆ ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਉੱਥੋਂ ਦੇਖ ਲੈਣਾ। ਬੜੇ ਮਹੱਤਵਪੂਰਨ ਪ੍ਰਸ਼ਨ ਆ ਜਿਹੜੇ ਆਪਾਂ ਉਸ ਦੇ ਵਿੱਚ ਡਿਸਕਸ ਕੀਤੇ ਸੀ। ਇਸ ਵੀਡੀਓ ਵਿੱਚ ਆਪਾਂ ਵੀਕਲੀ ਟੈਸਟ 2 ਅਤੇ 3 ਤੁਹਾਡੇ ਲਈ ਹੱਲ ਕਰਾਂਗੇ, ਦੂਜਾ ਅਤੇ ਤੀਜਾ। ਠੀਕ ਹੈ ਬੇਟਾ, ਚਲੋ ਫਸਟ ਪ੍ਰਸ਼ਨ ਹੈ ਸਾਡਾ। ਠੀਕ ਹੈ, ਐਮਫੋਟੈਰਿਕ ਆਕਸਾਈਡ ਕੀ ਹੁੰਦੇ ਆ, ਇਹਨਾਂ ਦੀਆਂ ਦੋ ਉਦਾਹਰਨਾਂ ਦਿਓ। ਠੀਕ ਹੈ ਵੀ, ਤਾਂ ਐਮਫੋਟੈਰਿਕ ਜਿਹੜੇ ਆਕਸਾਈਡ ਹੁੰਦੇ ਆ ਉਹ ਧਾਤ ਦੇ ਆਕਸਾਈਡ ਹੁੰਦੇ ਆ ਵੀ। ਪਹਿਲਾਂ ਤਾਂ ਉਹ ਧਾਤ ਦੇ ਆਕਸਾਈਡ ਜਿਹੜੇ ਤੇਜ਼ਾਬੀ ਅਤੇ ਖਾਰੀ ਦੋਹਾਂ ਦੇ ਗੁਣ ਰੱਖਦੇ ਆ। ਠੀਕ ਹੈ, ਧਾਤ ਦੇ ਆਕਸਾਈਡ ਜਿਹੜੇ ਆਕਸੀਜਨ ਨਾਲ ਕਿਰਿਆ ਕਰਕੇ ਜਾਂ ਆਪਾਂ ਕਹਿ ਲਈਏ ਧਾਤ ਦੇ ਆਕਸਾਈਡ ਜਿਹੜੇ ਤੇਜ਼ਾਬਾਂ ਨਾਲ ਵੀ ਕਿਰਿਆ ਕਰਦੇ ਆ ਅਤੇ ਖਾਰਾਂ ਨਾਲ ਵੀ ਕਿਰਿਆ ਕਰਦੇ ਆ, ਉਹਨਾਂ ਨੂੰ ਅਸੀਂ ਐਮਫੋਟੈਰਿਕ ਆਕਸਾਈਡ ਬੋਲਦੇ ਹਾਂ। ਠੀਕ ਹੈ, ਤਾਂ ਇਹਦੇ ਵਿੱਚ ਜ਼ਿੰਕ ਆਕਸਾਈਡ, ਠੀਕ ਹੈ, ਆ ਜਾਊਗਾ ਸਿਲੀਕਨ ਆਕਸਾਈਡ। ਇਹ ਜਿਹੜੇ ਧਾਤਾਂ ਨੇ ਉਹਨਾਂ ਦੇ ਆਕਸਾਈਡ ਜਿਹੜੇ ਹੋਣਗੇ ਉਹ ਐਮਫੋਟੈਰਿਕ ਹੋਣਗੇ। ਜ਼ਿੰਕ ਆਕਸਾਈਡ, ਠੀਕ ਹੈ, ਐਲੂਮੀਨੀਅਮ ਆਕਸਾਈਡ ਅਤੇ ਜਰਮੇਨੀਅਮ ਆਕਸਾਈਡ। ਠੀਕ ਹੈ, ਇਹ ਸਾਰੇ ਐਮਫੋਟੈਰਿਕ ਦੀਆਂ ਉਦਾਹਰਨਾਂ ਨੇ। ਨੈਕਸਟ, ਸੋਡੀਅਮ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰੋਨ ਬਿੰਦੂ ਰਚਨਾ ਲਿਖੋ। ਹਾਂਜੀ, ਸੋਡੀਅਮ ਨੂੰ ਆਪਾਂ Na ਨਾਲ ਲਿਖਦੇ ਹਾਂ। ਇਹਦੀ ਜਿਹੜੀ ਬੇਟਾ ਪਰਮਾਣੂ ਸੰਖਿਆ ਹੈ, ਅਟੋਮਿਕ ਨੰਬਰ ਆ, ਉਹ 11 ਹੈ। ਠੀਕ ਹੈ, ਇਹਦੀ ਇਲੈਕਟ੍ਰੋਨੀ ਤਰਤੀਬ ਬਣੂਗੀ 2 8 1 ਅਤੇ ਇਹਦਾ ਜਿਹੜਾ ਸਟਰਕਚਰ ਬਣੂਗਾ ਉਹ ਆਪਾਂ ਲਿਖਾਂਗੇ। ਜਿਹੜਾ ਵਾਇਲੈਂਸ ਇਲੈਕਟ੍ਰੋਨ ਆ ਉਹ ਸ਼ੋਅ ਕਰਨਾ ਇਕੱਲਾ। ਠੀਕ ਹੈ, ਉਹਨੂੰ ਐਂ ਬਿੰਦੂ ਨਾਲ ਵੀ ਸ਼ੋਅ ਕਰ ਸਕਦੇ ਹੋ, ਉਹਨੂੰ ਐਵੇਂ ਤੁਸੀਂ ਕ੍ਰੋਸ ਨਾਲ ਵੀ ਸ਼ੋਅ ਕਰ ਸਕਦੇ ਹੋ। ਇਹ ਹੈਗਾ ਸੋਡੀਅਮ ਦਾ। ਦੂਸਰਾ ਆਪਾਂ ਹੈ ਮੈਗਨੀਸ਼ੀਅਮ ਦਾ। ਮੈਗਨੀਸ਼ੀਅਮ ਦਾ ਜਿਹੜਾ ਅਟੋਮਿਕ ਨੰਬਰ ਹੈ, ਪਰਮਾਣੂ ਸੰਖਿਆ, ਉਹ ਕਿੰਨਾ ਹੈ, 12। ਇਲੈਕਟ੍ਰੋਨੀ ਤਰਤੀਬ ਜਿਹੜੀ ਬਣੂਗੀ ਉਹ ਬਣੂਗੀ 2 8 2 ਅਤੇ ਸਟਰਕਚਰ ਜਿਹੜਾ ਬਣੂਗਾ Mg2 ਇਲੈਕਟ੍ਰੋਨ। ਜਾਂ ਤਾਂ ਐਂ ਬਣਾ ਲਓ ਜਾਂ ਫਿਰ Mg ਨਾਲ 2 ਜਿਹੜੇ ਅਸੀਂ ਕ੍ਰੋਸ ਲਾ ਦਾਂਗੇ। ਠੀਕ ਹੈ, ਤਾਂ ਉਹ ਵੀ ਇਹਦੀ ਰਚਨਾ ਬਣ ਜੂਗੀ। ਠੀਕ ਹੈ ਬੇਟਾ। ਨੈਕਸਟ ਹੈ ਐਲੂਮੀਨੀਅਮ ਇੱਕ ਬਹੁਤ ਕਿਰਿਆਸ਼ੀਲ ਧਾਤ ਹੈ, ਪਰ ਫਿਰ ਵੀ ਇਹ ਖਾਣਾ ਬਣਾਉਣ ਵਾਲੇ ਬਰਤਨ ਬਣਾਉਣ ਲਈ ਵਰਤੀ ਜਾਂਦੀ ਹੈ। ਅਜਿਹਾ ਕਿਉਂ? ਐਲੂਮੀਨੀਅਮ ਕਿਰਿਆਸ਼ੀਲ ਧਾਤ ਹੈ, ਇਸ ਕਰਕੇ ਉਹ ਆਕਸੀਜਨ ਨਾਲ ਕਿਰਿਆ ਕਰਕੇ ਬੇਟਾ ਐਲੂਮੀਨੀਅਮ ਆਕਸਾਈਡ ਬਣਾਉਂਦੀ ਹੈ, ਜਿਹੜੀ ਕਿ ਬਹੁਤ ਜ਼ਿਆਦਾ ਸਟੇਬਲ ਹੈ, ਸਥਾਈ ਹੈ, ਜਿਹੜੀ ਕਿ ਅੱਗੇ ਕਿਰਿਆ ਨਹੀਂ ਕਰਦੀ। ਠੀਕ ਹੈ, ਅਕਿਰਿਆਸ਼ੀਲ ਹੈ। ਜਿਹੜਾ ਐਲੂਮੀਨੀਅਮ ਦਾ ਆਕਸਾਈਡ ਬਣ ਜੂਗਾ ਇੱਕ ਵਾਰੀ, ਉਹ ਥਿਨ ਲੇਅਰ ਬਣ ਜੂਗੀ ਐਲੂਮੀਨੀਅਮ 'ਤੇ, ਇੱਕ ਪਤਲੀ ਸਤਹ ਬਣ ਜੂਗੀ ਐਲੂਮੀਨੀਅਮ ਦੇ ਉੱਪਰ, ਜਿਹੜੀ ਕਿ ਅਕਿਰਿਆਸ਼ੀਲ ਹੈ, ਕਿਰਿਆ ਨਹੀਂ ਕਰਦੀ ਕਿਸੇ ਨਾਲ ਅਤੇ ਸਥਾਈ ਬਣੂਗੀ। ਠੀਕ ਹੈ, ਤਾਂ ਇਸ ਕਰਕੇ ਉਹ ਉਪਯੋਗੀ ਹੈ। ਬਾਕੀ ਐਲੂਮੀਨੀਅਮ ਹੈ ਜਿਹੜਾ ਉਹ ਲਾਈਟ ਵੇਟ ਆ, ਵੀ ਹਲਕਾ ਗਾ, ਅਤੇ ਗੁੱਡ ਕੰਡਕਟਰ ਆਫ ਹੀਟ ਹੈ, ਤਾਪ ਦਾ ਚੰਗਾ ਚਾਲਕ ਹੈ। ਠੀਕ ਹੈ ਬੇਟਾ, ਇਸ ਕਰਕੇ ਵਰਤੀ ਜਾਂਦੀ ਹੈ। ਨੈਕਸਟ ਹੈ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਸਟੋਰ ਕਰਕੇ ਕਿਉਂ ਰੱਖਿਆ ਜਾਂਦਾ? ਸੋਡੀਅਮ ਅਤੇ ਪੋਟਾਸ਼ੀਅਮ ਨੇ ਜਿਹੜੀਆਂ ਆਪਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਕਿਰਿਆਸ਼ੀਲ ਧਾਤਾਂ ਨੇ ਅਤੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਇਹ ਅੱਗ ਫੜ ਲੈਂਦੀਆਂ ਨੇ। ਇਸ ਕਰਕੇ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਡੁਬੋ ਕੇ ਸਟੋਰ ਕੀਤਾ ਜਾਂਦਾ ਜਾਂ ਰੱਖਿਆ ਜਾਂਦਾ। ਠੀਕ ਹੈ, ਨੈਕਸਟ ਪ੍ਰਸ਼ਨ ਹੈ ਸਾਡਾ, ਨੈਫਰੋਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ। ਤਾਂ ਇਹਦਾ ਤੁਸੀਂ ਸਟਰਕਚਰ ਵੀ ਬਣਾਉਣਾ ਅਤੇ ਕਾਰਜ ਵਿਧੀ ਵੀ ਦੱਸਣੀ ਹੈ ਵੀ। ਦੇਖੋ ਹਾਂ ਵੀ, ਹੁਣ ਜਿਵੇਂ ਇਹ ਆਪਣੇ ਕੋਲ ਸਟਰਕਚਰ ਹੈ ਨੈਫਰੋਨ ਦਾ ਵੀ, ਇਹ ਤੁਸੀਂ ਪਹਿਲਾਂ ਸਟਰਕਚਰ ਬੇਟਾ ਬਣਾਉਣਾ ਗਾ। ਠੀਕ ਹੈ, ਇਹਦੇ ਵਿੱਚ ਜਿਹੜੇ ਲੇਬਲਿੰਗ ਕਰਨੀ ਹੈ ਤੁਸੀਂ। ਠੀਕ ਹੈ, ਤਾਂ ਜਿਹੜਾ ਇਹ ਵਾਲਾ ਪੋਰਸ਼ਨ ਹੈ ਉਹਨੂੰ ਅਸੀਂ ਬੋਲਦੇ ਹਾਂ ਬੂਮੈਨ ਕੈਪਸੂਲ ਗਲੋਮੈਰੂਲਸ। ਠੀਕ ਹੈ, ਨੈਫਰੋਨ ਦਾ ਟਿਊਬੂਲਰ ਭਾਗ, ਜਿਹੜਾ ਉੱਪਰ ਵਾਲਾ ਭਾਗ ਆ, ਇਹ ਬਲੂ ਜੈਲੋ ਜਿਹੇ ਕਲਰ ਦਾ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਇਹ ਇਕੱਠਾ ਕਰਨ ਵਾਲੀ ਨਲੀ ਹੈ, ਗੁਰਦਾ ਸ਼ਿਰਾ ਦੀ ਸ਼ਾਖਾ, ਜਿਹੜੀ ਬਲੂ ਜਿਹੇ ਕਲਰ ਦੀ ਬਣਾਈ ਹੈ, ਇਹ ਹੈ ਗੁਰਦਾ ਸ਼ਿਰਾ ਦੀ ਸ਼ਾਖਾ। ਅਤੇ ਜਿਹੜੀ ਰੈੱਡ ਜਿਹੇ ਕਲਰ ਦੀ ਬਣਾਈ ਹੈ ਬੇਟਾ, ਇਹ ਗੁਰਦਾ ਧਮਨੀ ਹੈ। ਠੀਕ ਹੈ, ਅਤੇ ਜਿਹੜਾ ਇਹ ਉੱਪਰੋਂ ਜਿਹੜੀ ਇਹ ਬਣਾਈ ਹੋਈ ਹੈ ਜਿੱਥੇ ਜਾ ਕੇ ਖ਼ਤਮ ਹੁੰਦਾ ਆਪਾਂ ਕਹਿ ਲਈਏ, ਉਹ ਇਹਦੀ ਸ਼ਾਖਾ ਬਣ ਗਈ ਹੈ, ਗੁਰਦਾ ਧਮਨੀ ਦੀ ਸ਼ਾਖਾ। ਤਾਂ ਇਹ ਡਾਇਗਰਾਮ ਤੁਹਾਨੂੰ ਬਣਾਉਣੀ ਆਉਣੀ ਚਾਹੀਦੀ ਹੈ। ਇਹ ਇਹਦੀ ਰਚਨਾ ਹੈ। ਉਸ ਤੋਂ ਬਾਅਦ ਇਸ ਦੀ ਕਾਰਜ ਵਿਧੀ। ਠੀਕ ਹੈ, ਗੁਰਦੇ ਮਨੁੱਖੀ ਸਰੀਰ ਵਿੱਚ ਮਲ ਤਿਆਗ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਅੰਗ ਨੇ, ਇਹ ਆਪਾਂ ਨੂੰ ਪਤਾ ਹੈ। ਠੀਕ ਹੈ, ਜਿਹੜੀ ਆਪਣੀ ਮਲ ਤਿਆਗ ਪ੍ਰਣਾਲੀ ਹੈ ਉਹਨਾਂ ਦਾ ਮੇਨ ਅੰਗ, ਜਿਹੜੇ ਮੁੱਖ ਅੰਗ ਨੇ, ਉਹ ਕੀ ਹੈ, ਗੁਰਦੇ ਨੇ, ਕਿਉਂਕਿ ਉਹ ਫੋਕਟ ਪਦਾਰਥਾਂ ਨੂੰ ਆਪਣੇ ਸਰੀਰ ਵਿੱਚੋਂ ਬਾਹਰ ਕੱਢਦੇ ਨੇ। ਠੀਕ ਹੈ, ਗੁਰਦਿਆਂ ਵਿੱਚ ਮੌਜੂਦ ਫਿਲਟਰੀਕਰਨ ਜਿਹੜੀਆਂ ਇਕਾਈਆਂ ਹੁੰਦੀਆਂ ਨੇ, ਜਿਨ੍ਹਾਂ ਦਾ ਮੇਨ ਯੋਗਦਾਨ ਹੁੰਦਾ, ਉਸ ਨੂੰ ਅਸੀਂ ਨੈਫਰੋਨ ਬੋਲਦੇ ਹਾਂ। ਜਾਂ ਅਸੀਂ ਕਹੀਏ ਮਨੁੱਖੀ ਗੁਰਦਿਆਂ ਦੀ ਰਚਨਾਤਮਕ ਅਤੇ ਕਾਰਜਾਤਮਕ ਇਕਾਈ ਕੀ ਹੈ ਵੀ, ਨੈਫਰੋਨ ਹੈ। ਇਹ ਬਹੁਤ ਜ਼ਿਆਦਾ ਬਰੀਕ ਭਿੱਤੀ ਵਾਲੀਆਂ ਲਹੂ ਕੋਸ਼ਿਕਾਵਾਂ ਦਾ ਇੱਕ ਗੁੱਛਾ ਹੁੰਦਾ, ਜਿਵੇਂ ਕਿ ਆਪਾਂ ਡਾਇਗਰਾਮ ਦੇ ਵਿੱਚ ਵੀ ਦੇਖਿਆ। ਬਰੀਕ ਭਿੱਤੀ ਵਾਲੀਆਂ ਲਹੂ
ਕੋਸ਼ਿਕਾਵਾਂ ਜਿਹੜੀਆਂ ਹੁੰਦੀਆਂ ਨੇ ਬਰੀਕ ਹੁੰਦੀਆਂ ਨੇ ਵੈਸੇ ਹੀ ਕੋਸ਼ਿਕਾਵਾਂ, ਉਹਨਾਂ ਦਾ ਇੱਕ ਗੁੱਛਾ ਹੁੰਦਾ। ਗੁਰਦੇ ਵਿੱਚ ਹਰੇਕ ਕੋਸ਼ਿਕਾ ਦਾ ਗੁੱਛਾ ਇੱਕ ਨਲੀ ਦੇ ਕੱਪ ਦੇ ਆਕਾਰ ਦੇ ਸਿਰੇ ਦੇ ਅੰਦਰ ਹੁੰਦਾ ਹੈ। ਉਹ ਵੀ ਆਪਾਂ ਸਟਰਕਚਰ ਦੇ ਵਿੱਚ ਦੇਖ ਲਿਆ। ਇਹ ਨਾਲੀਆਂ ਛਾਣੇ ਹੋਏ ਵਾਧੂ ਪਦਾਰਥਾਂ ਨੂੰ ਫਿਲਟਰ ਕਰਦੀਆਂ, ਜਿਹੜੇ ਵਾਧੂ ਪਦਾਰਥ ਹੁੰਦੇ ਆ ਉਹਨਾਂ ਨੂੰ ਫਿਲਟਰ ਕਰਦੀਆਂ ਨੇ। ਜਿਹੜੀ ਕੰਮ ਦੀ ਚੀਜ਼ ਹੁੰਦੀ ਹੈ ਸਰੀਰ ਵਾਸਤੇ ਵਰਤੀ ਜਾ ਸਕਦੀ ਹੈ, ਉਸ ਨੂੰ ਅਲੱਗ ਕਰਦੀਆਂ ਨੇ ਬਾਕੀਆਂ ਨਾਲੋਂ। ਹਰੇਕ ਗੁਰਦੇ ਵਿੱਚ ਅਜਿਹੀਆਂ ਕਈ ਫਿਲਟਰੀ ਕਰਨ ਇਕਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਨੈਫਰੋਨ ਕਿਹਾ ਜਾਂਦਾ ਹੈ। ਗਲੂਕੋਜ਼, ਲੂਣ ਅਤੇ ਪਾਣੀ ਨੂੰ ਫਿਲਟਰ ਕੀਤਾ ਜਾਂਦਾ, ਠੀਕ ਹੈ। ਪਰ ਜਿਵੇਂ ਮੂਤਰ ਇਸ ਵਿੱਚ ਪ੍ਰਵਾਹਿਤ ਹੁੰਦਾ ਹੈ, ਇਸ ਨੂੰ ਹੋਰ ਫਿਲਟਰ ਕੀਤਾ ਜਾਂਦਾ ਹੈ। ਜਦੋਂ ਮਨੁੱਖ ਦੇ ਗੁਰਦੇ ਕੁਦਰਤੀ ਤੌਰ 'ਤੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਉਸ ਨੂੰ ਬਨਾਵਟੀ ਤੌਰ 'ਤੇ ਡਾਇਲਿਸਿਸ ਰਾਹੀਂ ਜਿਉਂਦਾ ਰੱਖਿਆ ਜਾਂਦਾ। ਇਹ ਵੀ ਆਪਣਾ ਪ੍ਰੋਸੈਸ ਹੈ। ਬਨਾਵਟੀ ਗੁਰਦਾ ਜਿਹੜੀ ਵਿਧੀ ਆ ਉਸ ਨੂੰ ਅਸੀਂ ਡਾਇਲਿਸਿਸ ਬੋਲਦੇ ਹਾਂ। ਤਾਂ ਸਿੰਪਲ ਹੈ ਇਹਦੀ ਕਾਰਜ ਵਿਧੀ। ਜਿਹੜੀਆਂ ਇਹਦੀਆਂ ਕਾਰਜਾਤਮਕ ਅਤੇ ਰਚਨਾਤਮਕ ਇਕਾਈਆਂ ਨੇ ਨੈਫਰੋਨ, ਠੀਕ ਹੈ, ਉਹ ਫਿਲਟਰੀਕਰਨ ਇਕਾਈਆਂ ਨੇ। ਉਹ ਕੀ ਹੁੰਦਾ ਵੀ ਕੋਸ਼ਿਕਾਵਾਂ ਦਾ ਗੁੱਛਾ ਹੁੰਦਾ ਹੈ, ਠੀਕ ਹੈ। ਇਸ ਦੇ ਵਿੱਚ ਗਲੂਕੋਜ਼, ਲੂਣ ਅਤੇ ਪਾਣੀ ਨੂੰ ਫਿਲਟਰ ਕੀਤਾ ਜਾਂਦਾ। ਜੇ ਗੁਰਦੇ ਖਰਾਬ ਹੋ ਜਾਣ, ਕੁਦਰਤੀ ਤੌਰ 'ਤੇ ਕੰਮ ਕਰਨਾ ਬੰਦ ਕਰ ਦੇਣ, ਤਾਂ ਉਸ ਨੂੰ ਡਾਇਲਿਸਿਸ ਰਾਹੀਂ ਜਿਉਂਦਾ ਰੱਖਿਆ ਜਾਂਦਾ ਬਨਾਵਟੀ ਤੌਰ 'ਤੇ, ਠੀਕ ਹੈ ਬੇਟਾ। ਨੈਕਸਟ ਪ੍ਰਸ਼ਨ ਹੈ ਸਾਡਾ, ਬਹੁਤ ਇੰਪੋਰਟੈਂਟ ਹੈ ਵੀ, ਮਨੁੱਖੀ ਪਾਚਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ ਬਣਾਓ। ਬੇਟਾ ਜਿੰਨੇ ਵੀ ਤੁਹਾਡੀ ਬੁੱਕ ਦੇ ਵਿੱਚ ਲੇਬਲ ਕੀਤੇ ਚਿੱਤਰ ਨੇ ਸਾਰੇ ਚੰਗੀ ਤਰ੍ਹਾਂ ਤੁਸੀਂ ਬਣਾ ਕੇ ਵੇਖਣੇ ਆ, ਜਿਹੜੇ ਤੁਹਾਡੇ ਟਰਮ 2 'ਚ ਨੇ। ਤਾਂ ਉਹਨਾਂ ਦੇ ਵਿੱਚੋਂ ਇੱਕ ਆ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ। ਤਾਂ ਆਪਾਂ ਇਹ ਦੇਖਦੇ ਹਾਂ, ਮਨੁੱਖੀ ਪਾਚਨ ਪ੍ਰਣਾਲੀ ਦਾ ਲੇਬਲ ਕੀਤਾ ਚਿੱਤਰ। ਹਾਂਜੀ ਬੇਟਾ, ਤਾਂ ਇਹ ਬਣਾਉਣਾ ਆਪਾਂ। ਦੇਖੋ ਸਭ ਤੋਂ ਪਹਿਲਾਂ ਇਹ ਜੀਭ ਆ ਗਈ ਮੂੰਹ ਦੇ ਵਿੱਚੋਂ, ਇਹ ਸਾਰਾ ਪਾਰਟ ਆ ਜਿਹੜਾ ਮੂੰਹ ਦਾ ਆ ਗਿਆ, ਠੀਕ ਹੈ। ਆਹ ਜਿਹੜੀ ਬੇਟਾ ਨਾਲੀ ਬਣਾਈ ਹੈ ਭੋਜਨ ਵਾਲੀ ਹੈ, ਜਿਹਦੇ ਵਿੱਚੋਂ ਦੀ ਭੋਜਨ, ਠੀਕ ਹੈ, ਜਿਹੜਾ ਜਾਂਦਾ ਹੈ ਅੱਗੇ। ਜਿਹੜਾ ਇਹ ਵਾਲਾ ਪਾਰਟ ਆ ਜਿਹੜਾ ਜੇ ਦੇ ਆਕਾਰ ਦਾ ਹੈ, ਇਸ ਨੂੰ ਅਸੀਂ ਬੋਲਦੇ ਹਾਂ ਮੈਦਾ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਇਹ ਚੌੜੀ ਜੀ ਹੈ ਆਲੇ ਦੁਆਲੇ ਸਾਰੀ ਇਹ ਬਣੀ ਹੋਈ ਆ ਅੰਦਰ, ਇਸ ਨੂੰ ਅਸੀਂ ਬੋਲਦੇ ਹਾਂ ਵੱਡੀ ਅੰਦਰ, ਠੀਕ ਹੈ। ਵੈਸੇ ਚੌੜੀ ਹੋਣ ਕਰਕੇ ਇਹ ਵੱਡੀ ਅੰਦਰ ਹੈ, ਪਰ ਇਸ ਦੀ ਜਿਹੜੀ ਲੰਬਾਈ ਆ ਉਹ ਘੱਟ ਹੈ। ਜਿਹੜੀ ਆ ਵਿਚਕਾਰ ਬਣੀ ਹੋਈ ਆ, ਵਿੱਚ ਬਣੀ ਆ ਬੇਟਾ, ਇਹ ਛੋਟੀ ਅੰਦਰ ਹੈ, ਠੀਕ ਹੈ। ਇਸ ਦੀ ਲੰਬਾਈ ਜ਼ਿਆਦਾ ਹੁੰਦੀ ਹੈ, ਠੀਕ ਹੈ। ਆ ਗੁੱਦਾ ਹੋ ਗਿਆ, ਅੱਗੇ ਆ ਅਪੈਂਡਿਕਸ ਹੋ ਗਿਆ, ਠੀਕ ਹੈ ਬੇਟਾ। ਜਿਹੜੇ ਦੂਸਰੇ ਪਾਰਟ ਨੇ ਜਿਗਰ, ਜਿਹਨੂੰ ਅਸੀਂ ਲਿਵਰ ਵੀ ਬੋਲਦੇ ਹਾਂ, ਇਹ ਵਾਲਾ। ਆ ਲੁੱਬਾ ਹੋ ਗਿਆ ਜਿਹੜਾ ਪੀਲੇ ਜਿਹੇ ਰੰਗ ਦਾ ਬਣਾਇਆ ਹੋਇਆ, ਇਹ ਪਿੱਤ ਨਾਲੀ ਹੋ ਗਈ। ਇਹ ਪਿੱਤਾ ਹੋ ਗਿਆ। ਪਿੱਤ ਦੇ ਵਿੱਚ ਜਿਹੜੀ ਨਲੀ ਆ ਉਸ ਨੂੰ ਅਸੀਂ ਪਿੱਤਾ ਨਾਲੀ ਬੋਲਦੇ ਹਾਂ, ਠੀਕ ਹੈ। ਅਤੇ ਆਹ ਜਿਹੜਾ ਪੋਰਸ਼ਨ ਬਣਿਆ ਹੋਇਆ ਇਹ ਕਿਹੜਾ ਹੈ, ਡਾਇਫਰਾਮ, ਠੀਕ ਹੈ। ਇਹ ਇਸ ਦਾ ਲੇਬਲ ਕੀਤਾ ਚਿੱਤਰ ਆ, ਸੌਖਾ ਹੀ ਆ। ਤੁਸੀਂ ਇੱਕ ਦੋ ਵਾਰ ਬਣਾ ਕੇ ਵੇਖੋਗੇ ਤਾਂ ਤੁਸੀਂ ਬੜਾ ਕਲੀਅਰ ਕੱਟ ਇਸ ਨੂੰ ਬਣਾ ਲਓਗੇ। ਇੰਪੋਰਟੈਂਟ ਬਹੁਤ ਆ ਬੇਟਾ ਇਹ, ਠੀਕ ਹੈ। ਨੈਕਸਟ ਪ੍ਰਸ਼ਨ ਹੈ ਬੇਟਾ, ਅਲਿੰਗੀ ਪ੍ਰਜਨਨ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ, ਹਰੇਕ ਦੀ ਉਦਾਹਰਨ ਦਿਓ। ਹਾਂਜੀ ਬਹੁਤ ਵਿਧੀਆਂ ਨੇ। ਤਾਂ ਪਹਿਲੀ ਵਿਧੀ ਜਿਹੜੀ ਅਲਿੰਗੀ ਪ੍ਰਜਨਨ ਹੈ, ਜਿਹੜਾ ਅਲਿੰਗੀ ਪ੍ਰਜਨਨ ਆ ਬੇਟਾ, ਉਹਦੇ ਵਿੱਚ ਨਰ ਅਤੇ ਮਾਦਾ ਦੋਨੇ ਭਾਗ ਨਹੀਂ ਰਹਿੰਦੇ, ਇੱਕ ਭਾਗ ਲੈਂਦਾ, ਠੀਕ ਹੈ। ਤਾਂ ਇਸ ਨੂੰ ਅਲਿੰਗੀ ਪ੍ਰਜਨਨ ਬੋਲਦੇ ਆ। ਇੱਕ ਤੋਂ ਹੀ ਮਤਲਬ ਅੱਗੇ ਪ੍ਰਜਾਤੀਆਂ ਜਿਹੜੀਆਂ ਬਣਦੀਆਂ ਨੇ। ਇਹਦੇ ਵਿੱਚ ਪਹਿਲੀ ਪ੍ਰਜਾਤੀ ਹੈ ਜਿਹੜੀ ਪਹਿਲੀ ਵਿਧੀ ਹੈ ਬੇਟਾ, ਉਹ ਹੈਗੀ ਆ ਵਿਖੰਡਨ, ਠੀਕ ਹੈ। ਵਿਖੰਡਨ ਦੇ ਵਿੱਚ ਦੋ ਪ੍ਰਕਾਰ ਦਾ ਵਿਖੰਡਨ ਹੁੰਦਾ। ਇੱਕ ਤਾਂ ਹੁੰਦਾ ਦੋ ਖੰਡਨ, ਠੀਕ ਹੈ ਬੇਟਾ, ਇਸ ਨੂੰ ਵੀ ਤੁਸੀਂ ਅਲੱਗ ਐਕਸਪਲੇਨ ਕਰਨਾ। ਇੱਕ ਹੁੰਦਾ ਵਹੁ ਖੰਡਨ, ਠੀਕ ਹੈ। ਜਿਹੜਾ ਦੋ ਖੰਡਨ ਹੁੰਦਾ ਬੇਟਾ ਅਮੀਬਾ 'ਚ ਹੁੰਦਾ। ਇਸ ਦੇ ਵਿੱਚ ਕੀ ਹੁੰਦਾ, ਅਮੀਬਾ ਦਾ ਜਿਹੜਾ ਸਰੀਰ ਆ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਉਸ ਦੇ ਵਿੱਚ ਹਰੇਕ ਦਾ ਕੇਂਦਰ ਅੱਡ ਅੱਡ ਹੋ ਜਾਂਦਾ, ਅਤੇ ਉਹ ਦੋਨੇ ਜਿਹੜੇ ਦੋ ਭਾਗ ਆ ਉਸ ਤੋਂ ਨਵਾਂ ਜੀਵ ਆ ਜਿਹੜਾ ਉਹ ਪੈਦਾ ਹੁੰਦਾ। ਇਹ ਦੋ ਖੰਡਨ ਹੈ। ਬਹੁ ਖੰਡਨ ਆ ਜਿਹੜਾ ਉਹ ਹੁੰਦਾ ਪਲਾਜ਼ਮੋਡੀਅਮ ਦੇ ਵਿੱਚ। ਉਸ ਦੇ ਵਿੱਚ ਉਸਦਾ ਸਰੀਰ ਆ ਜਿਹੜਾ ਬਹੁਤ ਸਾਰੇ ਭਾਗਾਂ ਵਿੱਚ ਵੰਡਿਆ ਜਾਂਦਾ, ਅਤੇ ਹਰੇਕ ਭਾਗ ਤੋਂ ਨਵਾਂ ਜੀਵ ਪੈਦਾ ਹੁੰਦਾ। ਇਹ ਹੈਗਾ ਖੰਡਨ, ਵਿਖੰਡਨ ਵਿਧੀ, ਠੀਕ ਹੈ। ਦੂਸਰੀ ਜਿਹੜੀ ਅਸੀਂ ਵਿਧੀ ਪੜ੍ਹਦੇ ਹਾਂ ਉਹ ਹੈਗਾ ਪੁਨਰਜਨ, ਠੀਕ ਹੈ। ਇਸ ਦੇ ਵਿੱਚ ਕੀ ਹੁੰਦਾ, ਜਿਹੜਾ ਇੱਕ ਜੀਵ ਹੈ ਉਸ ਦਾ ਜਿਹੜਾ ਸਰੀਰ ਆ ਉਹ ਵੱਖ-ਵੱਖ ਭਾਗਾਂ ਵਿੱਚ ਟੁੱਟ ਜਾਂਦਾ, ਵੰਡਿਆ ਜਾਂਦਾ। ਉਸ ਤੋਂ ਹਰੇਕ ਭਾਗ ਤੋਂ ਇੱਕ ਨਵਾਂ ਜੀਵ ਬਣਦਾ, ਉਸ ਨੂੰ ਅਸੀਂ ਪੁਨਰਜਨਨ ਬੋਲਦੇ ਹਾਂ ਵੀ। ਇਹ ਅਕਸਰ ਇਸ ਦੀ ਐਗਜ਼ਾਮਪਲ ਅਸੀਂ ਦਿੰਦੇ ਹਾਂ ਪਲੇਨੇਰੀਆ, ਠੀਕ ਹੈ। ਇਸ ਦੇ ਵਿੱਚੋਂ ਹੀ ਇੱਕ ਕਿਸਮ ਹੈ ਵਡਿੰਗ ਦੀ। ਇਸ ਦੇ ਵਿੱਚ ਵੀ ਨਿਰਮਾਣ ਆ ਜਿਹੜਾ ਉਹ ਜੀਵ ਦੇ ਸਰੀਰ ਤੋਂ ਹੀ ਹੁੰਦਾ, ਠੀਕ ਹੈ। ਉਸ ਦਾ ਜਿਹੜਾ ਸਰੀਰ ਆ ਉਹ ਵਿਕਸਿਤ ਹੁੰਦਾ, ਇੱਕ ਕਲੀ ਦੇ ਰੂਪ ਦੇ ਵਿੱਚ ਵਿਕਸਿਤ ਹੁੰਦਾ। ਉਭਾਰ ਹੋ ਜਾਂਦਾ ਕਿਸੇ ਸਰੀਰ ਦੇ ਭਾਗ 'ਤੇ, ਠੀਕ ਹੈ। ਸਰੀਰ ਦੇ ਉੱਪਰ ਉਭਾਰ ਹੋ ਜਾਂਦਾ, ਇੱਕ ਅਲੱਗ ਤੋਂ ਵੱਡ ਬੋਲਦੇ ਹਾਂ ਉਹਨੂੰ, ਕਲੀ ਬੋਲਦੇ ਹਾਂ, ਉਹ ਉਭਾਰ ਹੋ ਜਾਂਦਾ। ਉਸ ਤੋਂ ਉਹ ਬਾਅਦ ਉਹ ਵੱਡ ਆ ਜਿਹੜਾ ਉਹ ਅੱਡ ਹੋ ਜਾਂਦਾ ਸਰੀਰ ਨਾਲੋਂ। ਉਸ ਤੋਂ ਇੱਕ ਨਵਾਂ ਜੀਵ ਆ ਜਿਹੜਾ ਉਹ ਪੈਦਾ ਹੁੰਦਾ ਜਾਂ ਪੌਦਾ ਪੈਦਾ ਹੁੰਦਾ। ਇਸ ਦੀ ਐਗਜ਼ਾਮਪਲ ਆ ਜਿਹੜੀ ਉਹ ਕੀ ਹੈ ਵੀ ਹਾਈਡਰਾ, ਠੀਕ ਹੈ। ਤਾਂ ਇਹ ਹੈਗਾ ਵਡਿੰਗ। ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਕਾਇਕ ਪ੍ਰਜਨਨ ਬੋਲਦੇ ਹਾਂ, ਇਹ ਵੀ ਅਲਿੰਗੀ ਪ੍ਰਜਨਨ। ਹਾਂਜੀ, ਕਾਇਕ ਪ੍ਰਜਨਨ ਦੇ ਵਿੱਚ ਕੀ ਹੁੰਦਾ, ਜਿਹੜਾ ਪੌਦਾ ਹੈ ਉਹ ਜੜ੍ਹ, ਤਾਣੇ ਜਾਂ ਪੱਤਿਆਂ ਤੋਂ
ਨਵੇਂ ਪੌਦਿਆਂ ਦਾ ਨਿਰਮਾਣ ਕਰਦਾ ਹੈ। ਠੀਕ ਹੈ, ਇਸ ਦੇ ਵਿੱਚ ਜਿਵੇਂ ਪਿਉਂਦ ਲਗਾਉਣਾ, ਦਾਵ ਲਗਾਉਣਾ, ਇਹ ਸਾਰੀਆਂ ਵਿਧੀਆਂ ਇਸ ਦੀਆਂ ਹੀ ਨੇ। ਠੀਕ ਹੈ, ਹੁਣ ਜਿਵੇਂ ਫਾਈਲਮ ਹੈ, ਉਸ ਦੇ ਵਿੱਚ ਪੱਤਿਆਂ ਤੋਂ ਨਵੇਂ ਪੌਦੇ ਦਾ ਜਿਹੜਾ ਨਿਰਮਾਣ ਹੁੰਦਾ ਹੈ। ਠੀਕ ਹੈ, ਜਿਵੇਂ ਪੱਥਰ ਚੱਟ ਹੈ, ਇਹ ਸਾਰੇ ਇਸ ਦੀ ਵਿਧੀ, ਇਸ ਦੀਆਂ ਉਦਾਹਰਨਾਂ ਨੇ। ਗੰਨਾ ਵੀ ਇਸੇ ਵਿੱਚ ਹੀ ਆ ਜਾਂਦਾ, ਇਸ ਦੀ ਉਦਾਹਰਨ ਹੈ। ਠੀਕ ਹੈ ਵੀ, ਲਾਸਟ 'ਤੇ ਹੈ ਬੀਜਾਣੂ ਬਣਨਾ, ਸਪੋਰ ਫਾਰਮੇਸ਼ਨ। ਇਸ ਦੀ ਜਿਹੜੀ ਐਗਜ਼ਾਮਪਲ ਆ ਉਹ ਰਾਈਜ਼ੋਪਸ ਹੈ। ਇਸ ਦੇ ਵਿੱਚ ਬੀਜਾਣੂ ਬਣਦੇ ਨੇ, ਉਸ ਤੋਂ ਜਿਹੜਾ ਗੁੱਛਾ ਬਣਦਾ, ਉਸ ਤੋਂ ਧਾਗੇ ਵਰਗੀਆਂ ਸੰਰਚਨਾਵਾਂ ਪੈਦਾ ਹੁੰਦੀਆਂ, ਉਸ ਦਾ ਗੁੱਛਾ ਬਣਦਾ, ਉਸ ਤੋਂ ਨਵੇਂ ਜੀਵ ਦੀ ਜਿਹੜੀ ਰਚਨਾ ਹੁੰਦੀ ਹੈ ਉਸ ਨੂੰ ਅਸੀਂ ਬੀਜਾਣੂ ਬਣਨਾ ਬੋਲਦੇ ਹਾਂ। ਇਹ ਵੱਖ ਵੱਖ ਵਿਧੀਆਂ ਨੇ। ਠੀਕ ਹੈ ਜੀ, ਨੈਕਸਟ ਹੈ ਪ੍ਰੌੜ ਅਵਸਥਾ ਤੋਂ ਕੀ ਭਾਵ ਹੈ? ਮੁੰਡਿਆਂ ਅਤੇ ਕੁੜੀਆਂ ਵਿੱਚ ਇਸ ਅਵਸਥਾ ਵਿੱਚ ਆਉਣ ਵਾਲੇ ਪਰਿਵਰਤਨਾਂ ਬਾਰੇ ਲਿਖੋ। ਹਾਂਜੀ, ਬਹੁਤ ਇੰਪੋਰਟੈਂਟ ਹੈ ਇਹ ਵੀ ਪ੍ਰਸ਼ਨ। ਤਾਂ ਇਹ ਕੀ ਹੈ ਵੀ ਪ੍ਰੌੜ ਅਵਸਥਾ? ਪ੍ਰੌੜ ਅਵਸਥਾ ਉਹ ਅਵਸਥਾ ਜਿਸ ਵਿੱਚ ਮੁੰਡੇ ਅਤੇ ਕੁੜੀਆਂ ਦੇ ਵਿੱਚ ਖਾਸ ਪਰਿਵਰਤਨ ਆਉਂਦੇ ਨੇ, ਸਰੀਰਕ ਪਰਿਵਰਤਨ। ਠੀਕ ਹੈ, ਜਿਹੜੇ ਕਿ ਉਸਦੀ ਲਿੰਗੀ ਪ੍ਰੌੜਤਾ ਨੂੰ ਦਰਸਾਉਂਦੇ ਨੇ। ਮਤਲਬ ਉਹਨਾਂ ਦਾ ਸਰੀਰ ਆ ਜਿਹੜਾ ਉਹ ਵਿਕਸਿਤ ਹੋਣ ਲੱਗਦਾ, ਉਹਨਾਂ ਦੇ ਵਿੱਚ ਲਿੰਗੀ ਪਰਿਵਰਤਨ ਆ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ, ਲਿੰਗੀ ਪਰਿਪੱਕਤਾ ਸ਼ੁਰੂ ਹੋ ਜਾਂਦੀ ਆ ਆਪਾਂ ਕਹੀਏ। ਠੀਕ ਹੈ, ਉਸ ਅਵਸਥਾ ਦੇ ਵਿੱਚ, ਉਸ ਅਵਸਥਾ ਨੂੰ ਅਸੀਂ ਪ੍ਰੌੜ ਅਵਸਥਾ ਬੋਲਦੇ ਹਾਂ। ਹੁਣ ਮੁੰਡਿਆਂ ਦੇ ਵਿੱਚ ਕੀ ਪਰਿਵਰਤਨ ਆਉਂਦੇ ਆ ਵੀ? ਮੁੰਡਿਆਂ ਦੇ ਵਿੱਚ ਦਾੜ੍ਹੀ ਅਤੇ ਮੁੱਛਾਂ ਮੁੰਡਿਆਂ ਦੇ ਆਉਣ ਲੱਗ ਜਾਂਦੀਆਂ ਨੇ। ਠੀਕ ਹੈ, ਉਹਨਾਂ ਦੇ ਜਿਹੜੇ ਸਰੀਰ ਆ ਉਹ ਮਜ਼ਬੂਤ ਹੋਣ ਲੱਗਦੇ ਆ, ਜਿਹੜੇ ਮੋਢੇ ਆ ਉਹ ਚੌੜੇ ਹੋਣ ਲੱਗਦੇ ਆ। ਠੀਕ ਹੈ, ਆਵਾਜ਼ ਆ ਜਿਹੜੀ ਉਹ ਭਾਰੀ ਹੋਣ ਲੱਗਦੀ ਹੈ। ਠੀਕ ਹੈ, ਅਤੇ ਜਿਹੜੇ ਲਿੰਗੀ ਅੰਗ ਨੇ ਉਹ ਵਿਕਸਿਤ ਹੋਣ ਲੱਗਦੇ ਆ, ਸ਼ੁਕਰਾਣੂਆਂ ਦਾ ਨਿਰਮਾਣ ਸ਼ੁਰੂ ਹੋ ਜਾਂਦਾ। ਠੀਕ ਹੈ, ਜਨਨ ਅੰਗ ਆਪਾਂ ਕਹਿ ਲਈਏ ਵਿਕਸਿਤ ਹੋ ਜਾਂਦੇ ਆ, ਅਤੇ ਸਰੀਰ ਦੇ ਉੱਪਰ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਇਹ ਤਾਂ ਮੁੰਡਿਆਂ ਦੇ ਵਿੱਚ ਪਰਿਵਰਤਨ ਨੇ। ਕੁੜੀਆਂ ਦੇ ਵਿੱਚ ਕੀ ਪਰਿਵਰਤਨ ਹੁੰਦਾ ਵੀ? ਜਿਹੜੀ ਆਵਾਜ਼ ਆ ਜਿਹੜੀ ਉਹਨਾਂ ਦੀ ਉਹ ਸੁਰੀਲੀ ਹੋ ਜਾਂਦੀ ਹੈ, ਮੋਢੇ ਆ ਜਿਹੜੇ ਗੋਲ ਹੋਣ ਲੱਗਦੇ ਆ, ਸਰੀਰ ਆ ਜਿਹੜਾ ਉਹ ਗੋਲਾਈ ਦੇ ਰੂਪ ਦੇ ਵਿੱਚ ਹੋਣ ਲੱਗਦਾ। ਠੀਕ ਹੈ, ਮੂੰਹ ਦੇ ਉੱਪਰ ਕਿੱਲ, ਮੁਹਾਸੇ, ਫਿੰਸੀਆਂ ਵਗੈਰਾ ਨਿਕਲਣ ਲੱਗਦੀਆਂ ਨੇ, ਅਤੇ ਜਨਨ ਅੰਗਾਂ ਦਾ ਨਿਰਮਾਣ ਹੋਣ ਲੱਗਦਾ, ਯੋਨੀ ਦਾ ਵਿਕਾਸ ਹੋਣ ਲੱਗਦਾ, ਬੱਚੇਦਾਨੀ ਦਾ ਵੀ ਨਿਰਮਾਣ ਹੋਣ ਲੱਗਦਾ। ਠੀਕ ਹੈ, ਵਿਕਾਸ ਹੋਣ ਲੱਗਦਾ ਆਪਾਂ ਕਹਿ ਲਈਏ, ਅਤੇ ਮਾਹਵਾਰੀ ਆ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਮਤਲਬ ਮਾਸਿਕ ਚੱਕਰ ਆ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਜਾਂ ਆਪਾਂ ਕਹਿ ਲਈਏ ਅੰਡਿਆਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਇਹ ਕੁੜੀਆਂ ਦੇ ਵਿੱਚ ਪਰਿਵਰਤਨ ਆਉਂਦੇ ਨੇ। ਠੀਕ ਹੈ ਬੇਟਾ, ਇਹ ਸੀਗਾ ਆਪਣਾ ਟੈਸਟ 2। ਹੁਣ ਆਪਾਂ ਡਿਸਕਸ ਕਰਾਂਗੇ ਟੈਸਟ 3। ਹਾਂਜੀ ਬੇਟਾ, ਇਹ ਹੈਗਾ ਟੈਸਟ 3। ਫਸਟ ਪ੍ਰਸ਼ਨ ਹੈ, ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ? ਉਦਾਹਰਨ ਦਿਓ। ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ? ਜਿਸ ਕਿਰਿਆ ਵਿੱਚ ਬੇਟਾ ਤੇਜ਼ਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ, ਉਸ ਕਿਰਿਆ ਨੂੰ ਉਦਾਸੀਨੀਕਰਨ ਕਿਰਿਆ ਕਹਿੰਦੇ ਨੇ। ਉਦਾਹਰਨ ਕੀ ਆ ਵੀ? ਫਸਟ ਦੇ ਸਕਦੇ ਹਾਂ ਅਸੀਂ HCl ਅਤੇ ਸੋਡੀਅਮ ਹਾਈਡਰੋਕਸਾਈਡ ਦੀ, ਸੋਡੀਅਮ ਕਲੋਰਾਈਡ ਬਣ ਜੂਗਾ ਅਤੇ ਪਾਣੀ ਬਣ ਜੂਗਾ ਵੀ। ਠੀਕ ਹੈ, ਦੂਸਰੀ ਦੇ ਸਕਦੇ ਹਾਂ H2SO4, ਪੋਟਾਸ਼ੀਅਮ ਹਾਈਡਰੋਕਸਾਈਡ। ਠੀਕ ਹੈ, ਇਹ ਬਣ ਜੂਗਾ K2SO4, ਇਹਨੂੰ 2 ਵਾਰੀ ਲੈ ਲਓ। ਠੀਕ ਹੈ, K2SO4 ਅਤੇ ਵਾਟਰ, ਤਾਂ ਇਹ ਵੀ 2 ਵਾਰੀ ਬਣ ਜੂਗਾ, 2 ਪਾਣੀ ਦੇ ਅਣੂ। ਤਾਂ ਇਹ ਜਿਹੜੀਆਂ 2 ਰਿਐਕਸ਼ਨ ਆਪਾਂ ਲਿਖਤੀਆਂ ਉਦਾਸੀਨੀਕਰਨ, ਇਹਦੇ ਵਿੱਚ HCl ਅਤੇ ਸੋਡੀਅਮ ਹਾਈਡਰੋਕਸਾਈਡ ਦੀ ਰਿਐਕਸ਼ਨ ਕਰਾਈ ਹੈ, ਹਾਈਡਰੋਕਲੋਰਿਕ ਐਸਿਡ ਅਤੇ ਸੋਡੀਅਮ ਹਾਈਡਰੋਕਸਾਈਡ ਦੀ ਰਿਐਕਸ਼ਨ ਕਰਾਈ ਹੈ, ਸੋਡੀਅਮ ਕਲੋਰਾਈਡ ਨਮਕ ਬਣਿਆ ਅਤੇ ਪਾਣੀ ਬਣਿਆ। ਅਗਲੇ ਵੀ ਸਲਫਿਊਰਿਕ ਐਸਿਡ ਅਤੇ ਪੋਟਾਸ਼ੀਅਮ ਹਾਈਡਰੋਕਸਾਈਡ ਦੀ ਰਿਐਕਸ਼ਨ ਕਰਾਈ ਹੈ, ਪੋਟਾਸ਼ੀਅਮ ਦਾ ਸਲਫੇਟ ਬਣ ਗਿਆ ਅਤੇ ਪਾਣੀ ਬਣ ਗਿਆ। ਠੀਕ ਹੈ, ਨੈਕਸਟ ਹੈ, ਹੇਠਾਂ ਦਿੱਤੇ ਯੌਗਕਾਂ ਦੀ ਰਚਨਾ ਦੇ ਰੂਪ ਵਿੱਚ ਰੇਖਾ ਚਿੱਤਰ ਬਣਾਓ। ਈਥਾਨੋਇਕ ਐਸਿਡ, ਈਥ ਦਾ ਮਤਲਬ 2 ਕਾਰਬਨ, ਐਸਿਡ ਮਤਲਬ CH3COOH ਤਾਂ ਲੱਗਣਾ ਹੀ ਆ, ਇੱਕ CH3 ਲਾ ਦਾਂਗੇ ਆਪਾਂ ਤਾਂ 2 ਕਾਰਬਨਾਂ ਹੋ ਗਈਆਂ। ਤਾਂ ਇਹਦਾ ਅਸੀਂ ਸਟਰਕਚਰ ਬਣਾਉਣਾ, ਤਾਂ ਕਿਵੇਂ ਬਣੂਗਾ ਵੀ? ਇੱਕ ਤਾਂ ਇਹਦੇ ਨਾਲ H ਲੱਗ ਜੂਗੀ, ਕਿੰਨੀਆਂ H ਆ? 3 CH3, ਉਸ ਤੋਂ ਬਾਅਦ C ਡਬਲ ਬੌਂਡ OH। ਠੀਕ ਹੈ, ਇਹ ਆ ਜਿਹੜਾ ਇਹਦਾ ਸਟਰਕਚਰ ਬਣ ਗਿਆ CH3C ਡਬਲ ਬੌਂਡ OH। ਠੀਕ ਹੈ, ਇਹ ਬਣ ਗਿਆ ਈਥਾਨੋਇਕ ਐਸਿਡ। ਦੂਸਰਾ ਹੈ ਵੀ ਬਿਊਟਾਨਲ। ਠੀਕ ਹੈ, ਨਲ ਲੱਗਿਆ ਜਾਂ ਫਿਰ ਕਹਿ ਲਈਏ ਅਲ ਲੱਗਿਆ, ਉਹ ਕੀ ਹੈ? ਐਲਡੀਹਾਈਡ ਗਰੁੱਪ ਲੱਗੂਗਾ। CH3 CH2 CH2। ਠੀਕ ਹੈ, 3 ਕਾਰਬਨ CHO, ਇਹ ਬਣੂਗਾ ਸਟਰਕਚਰ। ਠੀਕ ਹੈ, ਐਲਡੀਹਾਈਡ ਦਾ। ਤਾਂ ਅਸੀਂ ਕੀ ਬਣਾਵਾਂਗੇ? 3 ਹਾਈਡਰੋਜਨ ਪਹਿਲੀ ਕਾਰਬਨ ਨਾਲ, ਦੂਸਰੀ ਨਾਲ 2, ਤੀਸਰੀ ਨਾਲ ਵੀ 2 ਹਾਈਡਰੋਜਨ, ਚੌਥੀ ਨਾਲ ਇੱਕ ਪਾਸੇ ਡਬਲ ਬੌਂਡ, ਇੱਕ ਪਾਸੇ CHO। ਤਾਂ ਇਹ ਬਣ ਗਿਆ ਬਿਊਟਾਨਲ ਦਾ।
ठीक है बेटा। जे ब्यूटानोल होंदा फिर असी OH ला आंदे, अल्कोहल ग्रुप ला आंदे। हुण ब्यूटानल है मतलब एल्डिहाइड ग्रुप है तो असी CHO ला देंगे। क्लीयर। अगे है स्वैपोषी पोषण ते परपोषी पोषण विच कोई 3 अंतर लिखो। हाँ भी स्वैपोषी पोषण आ जिहड़े उस दे विच की है भी पौधे आ जिहड़े अपना भोजन पौधे जिहड़े जीव आ जिहड़े वो अपना भोजन आप तैयार करते हैं उसनूं असी उस पोषण नूं असी बोलते हैं स्वैपोषी पोषण। वो जीव जिहड़े अपने भोजन लई दूसरिਆਂ ते निर्भर करते हैं दूसरे जीवां ते उसनूं असी परपोषी पोषण बोलते हैं। इस दे विच हाइड्रो ऑक्सीजन आपां कह लईए कार्बन डाइऑक्साइड ते क्लोरोफिल की मौजूदगी चाहिदी है भोजन लई। सूरज की रोशनी भी चाहिदी है स्वैपोषी पोषण लई। इस दे विच ये चीज़ां जरूरी नहीं हैगियां भी ये चीज़ां होण। ठीक है, ये पदार्थ जरूरी नहीं है परपोषी पोषण लई। सीधा ही शिकार हो सकता। ठीक है, दूसरे जीवां ते निर्भर करते हैं। तीसरा भी जिहड़ियां इहदियां एग्जाम्पल ने ये हरे पौधे ने। ठीक है, तो ये मनुख भी आ गया, होर जीव जंतु सारे परपोषी पोषण दे विच आ जाते हैं। स्वैपोषी पोषण दे विच हरे पौधे आ जाते हैं। ठीक है, जिहड़ा स्वैपोषी पोषण हुंदा उहदे विच जिहड़े जीव हुंदे वो शाकाहारी कह लईए आपां है तो परपोषी विच सर्वहारी आ जाते हैं। मनुख कां ये सारे इधर आ जाते हैं। स्वैपोषी पोषण दे विच पौधे आ जाते हैं। ठीक है, नैक्सट है न्यूरॉन का एक लेबल किया चित्र बनाओ, इसके कार्य विधि की व्याख्या करो। ये भी बहुत इंपोर्टेंट है बेटा। हाँ जी बेटा, ये जिहड़ा डायग्राम तुहाडे कोल बनी है बुक दे विच भी बनी हुई है, ये न्यूरॉन की डायग्राम है। ठीक है, रचना है। जिहड़ा विचाले अपने कोल पोर्शन हुंदा उसनूं असीं केंद्रक बोलते हैं। जिहड़े आ सिरे ने बेटा इसनूं असीं डेंड्राइट बोलते हैं। जिहड़ा पूरा पोर्शन है इसनूं असीं सैल बॉडी बोलते हैं। ठीक है, ये जिहड़ी अपनी लाइन अपनी गई जिहदे विच हुंदी प्रेरक न्यूरॉन जां संवेदी न्यूरॉन सूचना का प्रवाह करते हैं। ठीक है, जिथे ये खत्म हो गया जिहड़ा सिरा है उसनूं असीं एक्सान बोलते हैं। ठीक है, इत्थे जिहड़ा ये वाला ये नाड़ी का अंतिम सिरा है। ये जिहड़ी पूरी रचना बेटा ये किहदी है न्यूरॉन की है। ठीक है, उस तो बाद इसकी कार्यविधि सानूं वातावरण विचलियां सूचनावां का पता नाड़ी सैलों के कुछ विशेष सिरिਆਂ द्वारा लगदा जिसनूं असीं डेंड्राइट बोलते हैं। सूचना एक नाड़ी सैल के डेंड्राइट सिरे की नोक द्वारा प्राप्त की जाती है। सूचना जिहड़ी कित्थों प्राप्त की जाती है बेटा नाड़ी सैल के सिरे तो मतलब डेंड्राइट तो। ठीक है, ਅਤੇ एक रसायनक क्रिया राਹੀਂ बिजली आवेग पैदा करती है। बिजली आवेग आ जिहड़े वो पैदा होंदे ने। ये आवेग डेंड्राइट तो सैल बाडी तक जाता है। ठीक है, जाता होया एक्साइन के अंतिम सिरे तक पहुँच जाता है। ऑक्साइन के अंतिम सिरे तक बिजली आवेग कुछ रसायनों नूं छड्डदा है। ठीक है, ये रसायन जिहड़े खाली थां यानी कि साइनैप्स नूं पार करते हैं। अगली नाड़ी सैल के डेंड्राइट विच भी इसे तरह ही आवेग पैदा होंदे हैं। इस तरह नाड़ी आवेग की यात्रा जिहड़ी एक सधारण योजना भी इस तरह अगे दी अगे ये चलता रहता। ठीक है, दोबारा फिर दसदे हैं जिहड़ी सूचना वो डेंड्राइट सिरे के नोक ते प्राप्त होंदी है उत्थे पैदा होंदी है। उस तो बाद वो रसायनिक क्रिया राਹੀਂ बिजली आवेग पैदा करती है। रसायनिक क्रिया राਹੀਂ बिजली आवेग पैदा होंदे है। जिहड़े आवेग आ ये पहला डेंड्राइट तो सैल बॉडी तक फिर सैल बॉडी तो ऑक्साइन तक। ठीक है, जिहड़े साइनैप्स दे विचों दी लंघदी होई अगे जाती है। जिथे साइनैप्स हुंदा है ठीक है एक्सान दे अंत विच उत्थे ये बिजली आवेग आ जिहड़े रसायन छड्डदा है। ठीक है, अगे रसायन साइनैप्स नूं पार करते हैं तो फिर अगले सैल के डेंड्राइट विच भी इस तरह हुंदा रहिंदा है। ठीक है, हाँ जी बेटा नैक्सट क्वेश्चन है जनन विच DNA की नकल बनाउण दा की महत्व है। ये भी इंपोर्टेंट क्वेश्चन है, ये भी आपां देखते हैं। हाँ जी बेटा, तो की महत्व है प्रजनन सिर्फ कोशिका विभाजन तो ही संभव है। ठीक है, हुण कोशिका विभाजन के दौरान DNA की दूजी कापी बनाई जाती है। इस करके जो कोशिका का विभाजन होगा फिर ही प्रजनन संभव है। इस करके DNA की जिहड़ी दूजी कापी है जिहड़ी बनाई जाती है। DNA की नकल ਅਤੇ एक होर सैल ਦੀਆਂ रचनावां ਦੇ बाहर इसनूं ढक दिता जाता है तो बाद विच कोशिका विभाजन हुंदा है। ठीक है, क्योंकि कोशिका विभाजन नाल ही प्रजनन संभव है। तो असीं मेन मकसद की है कोशिका विभाजन कराउणा है। ठीक है, तो इस करके DNA की नकल बनाउणा जनन दे लई जरूरी है। ठीक है बेटा, हाँ जी बेटा नैक्सट प्रश्न है बेटा अपना समजात ਅਤੇ समरूप अंगां की उदाहरणा सहित व्याख्या करो। हाँ जी, ये की हुंदा समजात अंग किहड़े हुंदे ने
ਸਮਜਾਤ ਅੰਗ ਉਹ ਹੁੰਦੇ ਨੇ ਜਿਨ੍ਹਾਂ ਦੀ ਰਚਨਾ ਤਾਂ ਬੇਟਾ ਅਲੱਗ-ਅਲੱਗ ਹੁੰਦੀ ਹੈ, ਠੀਕ ਹੈ। ਦੇਖਣ ਦੇ ਵਿੱਚ ਤਾਂ ਅਲੱਗ-ਅਲੱਗ ਲੱਗਦੇ ਨੇ ਪਰ ਉਹਨਾਂ ਦੇ ਜਿਹੜੇ ਕੰਮ ਹੈ ਉਹ ਇੱਕੋ ਜਿਹੇ ਹੁੰਦੇ ਨੇ, ਠੀਕ ਹੈ। ਇਸ ਦੇ ਵਿੱਚ ਪੰਛੀ ਅਤੇ ਚਮਗਾਦੜ ਦੇ ਖੰਭ ਆ ਜਾਂਦੇ ਨੇ ਜਿਨ੍ਹਾਂ ਦੀ ਰਚਨਾ ਅੱਡ ਅੱਡ ਹੁੰਦੀ ਹੈ, ਦੇਖਣ ਦੇ ਵਿੱਚ ਅੱਡ ਅੱਡ ਲੱਗਦੇ ਨੇ ਪਰ ਕੰਮ ਇੱਕੋ ਜਿਹਾ ਹੀ ਹੁੰਦਾ, ਦੋਨੇ ਉੱਡਣ ਦਾ ਕੰਮ ਕਰਦੇ ਨੇ। ਸਮਰੂਪ ਅੰਗ ਜਿਹੜੇ ਦੇਖਣ ਦੇ ਵਿੱਚ ਇੱਕੋ ਜਿਹੇ ਲੱਗਦੇ ਨੇ, ਸਮਰੂਪ ਲੱਗਦੇ ਨੇ ਪਰ ਉਹਨਾਂ ਦੇ ਕੰਮ ਆ ਜਿਹੜੇ ਉਹ ਕਾਰਜ ਆ ਉਹ ਅਲੱਗ-ਅਲੱਗ ਹੁੰਦੇ ਨੇ, ਠੀਕ ਹੈ। ਉਹ ਸਮਰੂਪ ਅੰਗ ਹੁੰਦੇ ਨੇ। ਜਿਵੇਂ ਮਨੁੱਖਾਂ ਦੇ ਵਿੱਚ ਕੁਛ ਅੰਗ ਨੇ ਜਿਹੜੇ ਬਾਕੀ ਪੰਛੀਆਂ ਨਾਲ ਜਾਂ ਡੱਡੂ ਛਿਪਕਲੀ ਨਾਲ ਮਿਲਦੇ ਨੇ, ਜਾਂ ਡੱਡੂ ਛਿਪਕਲੀ ਦੇ ਕੁਛ ਅੰਗ ਨੇ ਜਿਹੜੇ ਬਾਕੀ ਪੰਛੀਆਂ ਨਾਲ ਮਿਲਦੇ ਨੇ ਪਰ ਉਹਨਾਂ ਦੇ ਕੰਮ ਆ ਜਿਹੜੇ ਉਹ ਅਲੱਗ-ਅਲੱਗ ਨੇ, ਠੀਕ ਹੈ ਬੇਟਾ। ਤਾਂ ਇਹ ਸੀਗਾ ਤੁਹਾਡਾ ਵੀਕਲੀ ਟੈਸਟ ਤੀਜਾ। ਉਮੀਦ ਆ ਤੁਹਾਨੂੰ ਇਹ ਕੁਐਸਚਨ ਆ ਜਿਹੜੇ ਉਹ ਸਮਝ ਆ ਗਏ ਹੋਣਗੇ। ਥੈਂਕ ਯੂ ਬੇਟਾ।